ਹੈਲੋ ਮਾਂ, ਕਿਵੇਂ ਹੋ ਤੁਸੀਂ? ਅਮਿਤ ਨੇ ਫ਼ੋਨ ਪਰ ਪੁੱਛਿਆ ਤਾਂ ਸੁਸ਼ਮਾ ਜੀ, ਜੋ ਬਹੁਤ ਸਮੇਂ ਤੋਂ ਆਪਣੇ ਬੇਟੇ ਦੀ ਆਵਾਜ਼ ਤੱਕ ਸੁਣਨੇ ਨੂੰ ਤਰਸ ਗਈ ਸੀ, ਖੁਸ਼ੀ ਦੇ ਮਾਰੇ ਕੰਬਦੀ ਆਵਾਜ਼ ਵਿੱਚ ਬੋਲੀ, ਮੈਂ ਠੀਕ ਹਾਂ ਪੁੱਤ, ਬਹੁਤ ਟਾਈਮ ਬਾਅਦ ਫ਼ੋਨ ਕੀਤਾ। ਅੱਜ ਮਾਂ ਦੀ ਯਾਦ ਕਿਵੇਂ ਆ ਗਈ? ਜਦੀ ਅਮਿਤ ਨੇ ਕਿਹਾ, ਉਹ ਮਾਂ ਗੱਲ ਇਵੇਂ ਹੈ ਕਿ ਕੰਮ ਦੀ ਵਿਅਸਤਤਾ ਦੇ ਕਾਰਨ ਮੈਂ ਤੁਹਾਡੇ ਨਾਲ ਮਿਲਣ ਆ ਨਹੀਂ ਸਕਦਾ ਅਤੇ ਪਿਤਾ ਜੀ ਦੇ ਜਾਣੇ ਦੇ ਬਾਅਦ ਤੁਸੀਂ ਵੀ ਤਾਂ ਬਹੁਤ ਇਕੱਲੀ ਹੋ ਗਈ ਹੋਗੀ। ਇਸ ਲਈ ਤੁਹਾਡੀ ਨੂੰਹ ਅਤੇ ਮੈਂ ਚਾਹੁੰਦਾ ਸੀ ਕਿ ਹੁਣ ਤੁਸੀਂ ਸਾਡੇ ਨਾਲ ਹੀ ਰਹੋ। ਆਪਣੇ ਪੁੱਤ ਦੇ ਮੂੰਹ ਤੋਂ ਆਪਣੇ ਲਈ ਚਿੰਤਾ ਭਰੇ ਸ਼ਬਦ ਸੁਣ ਕੇ ਸਾਲਾਂ ਤੋਂ ਆਪਣੇ ਪੁੱਤ ਤੋਂ ਦੂਰ ਰਹਿ ਰਹੀ ਸੁਸ਼ਮਾ ਜੀ ਦੀ ਅੱਖਾਂ ਭਰ ਆਈ। ਸਾਲਾਂ ਬਾਅਦ ਅੱਜ ਉਹਨਾਂ ਨੂੰ ਅਜਿਹਾ ਮਹਿਸੂਸ ਹੋਇਆ ਕਿ ਜਿਵੇਂ ਉਹਨਾਂ ਦਾ ਆਪਣਾ ਵੀ ਕੋਈ ਇਸ ਦੁਨੀਆ ਵਿੱਚ ਰਹਿੰਦਾ ਹੈ। ਤਾਂ ਪੁੱਤ ਦੇ ਮੋਹ ਵਿੱਚ ਬੰਦੀ ਸੁਸ਼ਮਾ ਜੀ ਨੇ ਤੁਰੰਤ ਖੁਸ਼ੀ-ਖੁਸ਼ੀ ਹਾਂ ਕਰ ਦਿੱਤੀ। ਫਿਰ ਅਮਿਤ ਨੇ ਕਿਹਾ, ਮਾਂ ਮੈਂ 1 ਹਫ਼ਤੇ ਬਾਅਦ ਦਾ ਟਿਕਟ ਕਰ ਦਿੰਦਾ ਹਾਂ, ਤੁਸੀਂ ਆ ਜਾਣਾ। ਅੱਛਾ ਮਾਂ, ਇੱਕ ਕੰਮ ਕਰਨਾ, ਤੁਸੀਂ ਕਿਸੇ ਚੰਗੇ ਜਿਹੇ ਪ੍ਰਾਪਰਟੀ ਡੀਲਰ ਨਾਲ ਗੱਲ ਕਰਕੇ ਆਪਣੇ ਪਿੰਡ ਵਾਲੇ ਮਕਾਨ ਅਤੇ ਅਚਾਰ ਦੀ ਫੈਕਟਰੀ ਨੂੰ ਵੇਚ ਦਵੋ ਅਤੇ ਉਹਨਾਂ ਪੈਸਿਆਂ ਨੂੰ ਮੇਰੇ ਅਕਾਊਂਟ ਵਿੱਚ ਟ੍ਰਾਂਸਫਰ ਕਰਾ ਦੇਣਾ। ਇਸ ਤੋਂ ਪਹਿਲਾਂ ਕਿ ਸੁਸ਼ਮਾ ਜੀ ਕੋਈ ਕਾਰਨ ਪੁੱਛਦੀ, ਉਸ ਤੋਂ ਪਹਿਲਾਂ ਹੀ ਉਹਨਾਂ ਦੇ ਪੁੱਤ ਅਮਿਤ ਨੇ ਕਿਹਾ, ਮਾਂ ਗੱਲ ਇਹ ਹੈ, ਮੈਂ ਇੱਥੇ ਲੋਨ ਪਰ ਆਪਣਾ ਇੱਕ ਫਲੈਟ ਖਰੀਦਿਆ ਹੈ ਅਤੇ ਉਸ ਲੋਨ ਨੂੰ ਚੁਕਾਣੇ ਦੇ ਲਈ ਮੈਨੂੰ ਪੈਸੇ ਦੀ ਬਹੁਤ ਜ਼ਰੂਰਤ ਹੈ। ਇਸ ਲਈ ਤੁਸੀਂ ਜਲਦੀ ਨਾਲ ਸਭ ਕੁਝ ਵੇਚ ਕੇ ਪੈਸੇ ਮੇਰੇ ਅਕਾਊਂਟ ਵਿੱਚ ਟ੍ਰਾਂਸਫਰ ਕਰਾ ਦਵੋ। ਪੁੱਤ ਦੀ ਗੱਲ ਸੁਣ ਕੇ ਸੁਸ਼ਮਾ ਜੀ ਬੋਲੀ, ਪੁੱਤ ਜੇਕਰ ਤੂੰ ਕਹਿੰਦਾ ਹੈ ਤਾਂ ਮੈਂ ਮਕਾਨ ਵੇਚ ਦਿੰਦੀ ਹਾਂ। ਉਸ ਨਾਲ ਇੰਨਾ ਪੈਸਾ ਤਾਂ ਆ ਜਾਵੇਗਾ ਕਿ ਤੇਰਾ ਲੋਨ ਉਤਰ ਜਾਵੇ, ਪਰ ਫੈਕਟਰੀ ਨੂੰ ਮੈਂ ਨਹੀਂ ਵੇਚ ਸਕਦੀ। ਅਚਾਰ ਦੀ ਫੈਕਟਰੀ ਨਾਲ ਬਹੁਤ ਸਾਰੀ ਔਰਤਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ। ਫੈਕਟਰੀ ਨਾ ਵੇਚਣੇ ਦੀ ਗੱਲ ਸੁਣ ਕੇ ਅਮਿਤ ਦਾ ਮੂੰਹ ਬਣ ਗਿਆ, ਪਰ ਫਿਰ ਥੋੜ੍ਹੀ ਦੇਰ ਕੁਝ ਸੋਚ ਕੇ ਬੋਲਿਆ, ਠੀਕ ਹੈ ਮਾਂ, ਪਰ ਜ਼ਰਾ ਜਲਦੀ ਕਰਨਾ। ਅਜਿਹਾ ਕਹਿ ਕੇ ਅਮਿਤ ਨੇ ਫ਼ੋਨ ਰੱਖ ਦਿੱਤਾ। ਅੱਜ ਪੂਰੇ 6 ਮਹੀਨੇ ਦੇ ਬਾਅਦ ਸੁਸ਼ਮਾ ਜੀ ਦੇ ਪੁੱਤ ਅਮਿਤ ਨੇ ਉਹਨਾਂ ਨੂੰ ਫ਼ੋਨ ਕੀਤਾ ਸੀ। ਕਾਫੀ ਸਮੇਂ ਤੋਂ ਸੁਸ਼ਮਾ ਜੀ ਗੁੰਮਸੁੰਮ ਜਿਹੀ ਰਹਿੰਦੀ ਸੀ, ਪਰ ਅੱਜ ਜਦ ਉਹਨਾਂ ਦੇ ਪੁੱਤ ਦਾ ਫ਼ੋਨ ਆਇਆ ਤਾਂ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਪਰ ਫ਼ੋਨ ਚੁੱਕਦੇ ਹੀ ਉਹਨਾਂ ਦੇ ਪੁੱਤ ਨੇ ਜੋ ਕਿਹਾ, ਉਹ ਸਭ ਸੁਣ ਕੇ ਉਹ ਫਿਰ ਤੋਂ ਉਦਾਸ ਹੋ ਗਈ। ਹੁਣੇ ਤੱਕ ਜਿਸ ਚਿਹਰੇ ਪਰ ਆਪਣੇ ਪੁੱਤ ਦੇ ਫ਼ੋਨ ਆਉਣੇ ਦੀ ਖੁਸ਼ੀ ਸੀ, ਉਹ ਖੁਸ਼ੀ ਤੁਰੰਤ ਕਿਤੇ ਗਾਇਬ ਹੋ ਗਈ। ਸਭ ਕੁਝ ਸ਼ੂਨਯ ਹੋ ਗਿਆ। ਪਰੰਤੂ ਉਹਨਾਂ ਦੇ ਮਨ ਨੂੰ ਇਹ ਤਸੱਲੀ ਹੋਈ ਕਿ ਹੁਣ ਉਹਨਾਂ ਨੂੰ ਆਪਣੇ ਪੁੱਤ ਨੂੰ ਅਤੇ ਪੋਤੇ ਦੇ ਨਾਲ ਰਹਿਣੇ ਨੂੰ ਮਿਲੇਗਾ, ਜਿਸ ਦੇ ਲਈ ਉਹ ਸਾਲਾਂ ਤੋਂ ਤਰਸ ਰਹੀ ਸੀ। ਇਸ ਲਈ ਆਪਣੇ ਪੁੱਤ ਦੇ ਕਹਿਣੇ ਪਰ ਉਹ ਆਪਣਾ ਖੁਦ ਦਾ ਮਕਾਨ ਵੇਚਣੇ ਨੂੰ ਰਾਜ਼ੀ ਹੋ ਗਈ। ਦੇਖਿਆ ਜਾਵੇ ਤਾਂ ਸੁਸ਼ਮਾ ਜੀ ਪਿੰਡ ਦੇ ਲੋਕਾਂ ਦੇ ਲਈ ਕਿਸੇ ਪ੍ਰੇਰਨਾ ਤੋਂ ਘੱਟ ਨਹੀਂ ਸੀ। ਸਾਲਾਂ ਪਹਿਲਾਂ ਇੱਕ ਭਿਆਨਕ ਐਕਸੀਡੈਂਟ ਵਿੱਚ ਉਹਨਾਂ ਦੇ ਪਤੀ ਦੀ ਮੌਤ ਹੋ ਗਈ ਸੀ। ਉਸ ਸਮੇਂ ਸੁਸ਼ਮਾ ਜੀ ਦੇ ਕੋਲ ਕੁਝ ਜ਼ਮੀਨਾਂ ਸੀ, ਜੋ ਉਹਨਾਂ ਦੇ ਸਸੁਰ ਜੀ ਨੇ ਉਹਨਾਂ ਦੇ ਨਾਮ ਪਰ ਕਰ ਦਿੱਤੀ ਸੀ, ਜਿਸ ਦੇ ਸਹਾਰੇ ਉਹਨਾਂ ਦਾ ਚੰਗਾ ਗੁਜ਼ਾਰਾ ਹੋਣ ਲੱਗਾ ਸੀ। ਪਰੰਤੂ ਆਪਣੇ ਪੁੱਤ ਦੀ ਅਮਿਤ ਦੀ ਉੱਚ ਸਿੱਖਿਆ ਦਾ ਖਰਚਾ ਕੱਢਣੇ ਦੇ ਲਈ ਹੌਲੀ-ਹੌਲੀ ਉਹਨਾਂ ਨੇ ਸਾਰੀ ਜ਼ਮੀਨਾਂ ਵੇਚ ਦਿੱਤੀ। ਪਰ ਫਿਰ ਘਰ ਦਾ ਖਰਚਾ ਚੱਲਣਾ ਮੁਸ਼ਕਿਲ ਹੋ ਗਿਆ ਅਤੇ ਇਸ ਦੇ ਲਈ ਉਹਨਾਂ ਨੇ ਅਚਾਰ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਉਹਨਾਂ ਦੇ ਅਚਾਰ ਦੇ ਕੰਮ ਦਾ ਇੰਨਾ ਵਿਸਤਾਰ ਹੋ ਗਿਆ ਕਿ ਉਹਨਾਂ ਨੇ 2 ਕਮਰਿਆਂ ਦੀ ਇੱਕ ਫੈਕਟਰੀ ਵੀ ਪਾ ਦਿੱਤੀ। ਉਹਨਾਂ ਦੀ ਫੈਕਟਰੀ ਵਿੱਚ ਪਿੰਡ ਦੀ ਬਹੁਤ ਸਾਰੀ ਔਰਤਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ। ਉਹ ਔਰਤਾਂ ਵੀ ਕੁਝ ਪੈਸੇ ਕਮਾ ਕੇ ਆਤਮ ਨਿਰਭਰ ਬਣ ਪਾਈ ਹਨ। ਸੁਸ਼ਮਾ ਜੀ ਦਾ ਪੁੱਤ ਦਿੱਲੀ ਵਿੱਚ ਰਹਿੰਦਾ ਹੈ, ਜੋ ਪਿਛਲੇ ਕਾਫੀ ਸਾਲਾਂ ਤੋਂ ਘਰ ਨਹੀਂ ਆਇਆ। ਦਿੱਲੀ ਵਿੱਚ ਹੀ ਰਹਿੰਦੇ ਹੋਏ ਉਸਨੇ ਇੱਕ ਮਾਡਰਨ ਕੁੜੀ ਨਾਲ ਵਿਆਹ ਵੀ ਕਰ ਲਿਆ।
ਉਸਦਾ 7 ਸਾਲ ਦਾ ਇੱਕ ਪੁੱਤ ਵੀ ਹੈ। ਆਖਰੀ ਵਾਰ ਅਮਿਤ ਆਪਣੀ ਮਾਂ ਦੇ ਕੋਲ ਉਸ ਸਮੇਂ ਆਇਆ ਸੀ ਜਦ ਉਸਨੇ ਨਵਾਂ ਵਿਆਹ ਕੀਤਾ ਸੀ, ਪਰੰਤੂ ਉਸਦੀ ਮਾਡਰਨ ਪਤਨੀ ਸ਼ਿਖਾ ਨੂੰ ਪਿੰਡ ਦਾ ਮਾਹੌਲ ਬਿਲਕੁਲ ਵੀ ਪਸੰਦ ਨਹੀਂ ਸੀ। ਇਸ ਲਈ 2 ਹੀ ਦਿਨਾਂ ਵਿੱਚ ਉਹ ਲੋਕ ਚੱਲਦੇ ਬਣੇ ਅਤੇ ਉਸਦੇ ਬਾਅਦ ਕਦੀ ਪਿੰਡ ਨਹੀਂ ਆਏ। ਪਿੰਡ ਵਾਲੇ ਅਕਸਰ ਆਪਸ ਵਿੱਚ ਗੱਲਾਂ ਕਰਿਆ ਕਰਦੇ ਕਿ ਸੁਸ਼ਮਾ ਦਾ ਪੁੱਤ ਬੜਾ ਹੀ ਧੋਖੇਬਾਜ਼ ਹੈ, ਉਸ ਨਾਲ ਬਿਲਕੁਲ ਵੀ ਪਿਆਰ ਨਹੀਂ ਕਰਦਾ। ਕਿਆ ਭਲਾ ਕੋਈ ਪੁੱਤ ਵੀ ਆਪਣੀ ਮਾਂ ਤੋਂ ਇੰਨੇ ਸਾਲਾਂ ਤੱਕ ਦੂਰ ਰਹਿ ਸਕਦਾ ਹੈ? ਐਸੀ ਗੱਲਾਂ ਸੁਣ ਕੇ ਸੁਸ਼ਮਾ ਜੀ ਅਕਸਰ ਪਰੇਸ਼ਾਨ ਹੋ ਕੇ ਆਪਣਾ ਧੀਰਜ ਖੋ ਦਿੰਦੀ ਸੀ ਅਤੇ ਫੁੱਟ ਕੇ ਰੋਣ ਲੱਗਦੀ ਸੀ। ਉਹ ਨਹੀਂ ਚਾਹੁੰਦੀ ਸੀ ਕਿ ਉਹਨਾਂ ਦੇ ਪੁੱਤ ਦੇ ਬਾਰੇ ਵਿੱਚ ਕੋਈ ਵੀ ਬੁਰਾ ਭਲਾ ਕਹੇ। ਕੋਈ ਵੀ ਵਿਅਕਤੀ ਜਦ ਵੀ ਉਹਨਾਂ ਦੇ ਪੁੱਤ ਦੇ ਬਾਰੇ ਵਿੱਚ ਪੁੱਛਦਾ ਤਾਂ ਉਹ ਹਮੇਸ਼ਾ ਕਹਿੰਦੀ ਕਿ ਉਹਨਾਂ ਦਾ ਪੁੱਤ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਰੋਜ਼ ਰਾਤ ਨੂੰ ਉਹਨਾਂ ਦੀ ਆਪਣੇ ਪੁੱਤ ਨਾਲ ਗੱਲ ਹੁੰਦੀ ਹੈ। ਇੱਕ ਦਿਨ ਵੀ ਗੱਲ ਨਾ ਹੋ ਤਾਂ ਉਹਨਾਂ ਦਾ ਪੁੱਤ ਪਰੇਸ਼ਾਨ ਹੋ ਜਾਂਦਾ ਹੈ। ਹਾਲਾਂਕਿ ਇਹ ਗੱਲ ਕਿਸੇ ਤੋਂ ਵੀ ਛੁਪੀ ਨਹੀਂ ਸੀ ਕਿ ਉਹਨਾਂ ਦਾ ਪੁੱਤ ਉਹਨਾਂ ਨਾਲ ਰੋਜ਼ ਫੋਨ ਪਰ ਗੱਲ ਕਰਨਾ ਤਾਂ ਦੂਰ, ਉਹਨਾਂ ਦਾ ਕਦੀ ਹਾਲ ਚਾਲ ਪੁੱਛਣੇ ਦੇ ਲਈ ਵੀ ਫੋਨ ਨਹੀਂ ਕਰਦਾ। ਇਹ ਤਾਂ ਸੁਸ਼ਮਾ ਜੀ ਹੀ ਸੀ ਜੋ ਆਪਣੇ ਪੁੱਤ ਨਾਲ ਗੱਲ ਕਰਨੇ ਦੇ ਲਈ ਅਕਸਰ ਫੋਨ ਲਗਾ ਦਿੰਦੀ ਸੀ, ਪਰੰਤੂ 6 ਮਹੀਨੇ ਤੋਂ ਤਾਂ ਉਹਨਾਂ ਦੇ ਪੁੱਤ ਨੇ ਉਹਨਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਸੀ। ਉਹ ਆਪਣੀ ਹੀ ਦੁਨੀਆ ਵਿੱਚ ਖੁਸ਼ ਸੀ, ਪਰ ਸੁਸ਼ਮਾ ਜੀ ਨੇ ਆਪਣੇ ਪੁੱਤ ਤੋਂ ਕਦੀ ਕੋਈ ਸ਼ਿਕਾਇਤ ਨਹੀਂ ਕੀਤੀ। ਆਖਿਰ ਮਾਂ ਜੋ ਠਹਿਰੀ। ਪਰੰਤੂ ਅੱਜ ਜਦ ਸੁਸ਼ਮਾ ਜੀ ਦੇ ਪੁੱਤ ਨੇ ਉਹਨਾਂ ਨੂੰ ਆਪਣੇ ਕੋਲ ਆ ਕੇ ਰਹਿਣੇ ਨੂੰ ਕਿਹਾ ਤਾਂ ਇਹ ਸੁਣ ਕੇ ਉਹਨਾਂ ਦੀ ਅੱਖਾਂ ਵਿੱਚ ਇੱਕ ਅਲੱਗ ਹੀ ਚਮਕ ਆ ਗਈ। ਉਹ ਤੁਰੰਤ ਜਾ ਕੇ ਪਿੰਡ ਦੇ ਸਰਪੰਚ ਨਾਲ ਮਿਲਦੀ ਹੈ ਅਤੇ ਉਹਨਾਂ ਨੂੰ ਸਾਰੀ ਗੱਲ ਕਹਿ ਸੁਣਾਉਂਦੀ ਹੈ ਅਤੇ ਕਹਿੰਦੀ ਹੈ, ਸਰਪੰਚ ਜੀ, ਮੇਰਾ ਪੁੱਤ ਅਮਿਤ ਮੈਨੂੰ ਆਪਣੇ ਕੋਲ ਰਹਿਣੇ ਦੇ ਲਈ ਬੁਲਾ ਰਿਹਾ ਹੈ ਅਤੇ ਉਸ ਨੂੰ ਕੁਝ ਪੈਸਿਆਂ ਦੀ ਜ਼ਰੂਰਤ ਹੈ। ਇਸ ਲਈ ਮੈਂ ਆਪਣੇ ਘਰ ਨੂੰ ਵੇਚਣਾ ਚਾਹੁੰਦੀ ਹਾਂ। ਜੇਕਰ ਤੁਹਾਡੀ ਨਜ਼ਰ ਵਿੱਚ ਕੋਈ ਇਹੋ ਜਿਹਾ ਵਿਅਕਤੀ ਹੈ ਜੋ ਘਰ ਖਰੀਦਣਾ ਚਾਹੁੰਦਾ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸੋ। ਇਸ ਘਰ ਨੂੰ ਉਚਿਤ ਦਾਮਾਂ ਪਰ ਵੇਚਣੇ ਦੇ ਬਾਅਦ ਮੈਂ ਆਪਣੇ ਪੁੱਤ ਦੇ ਕੋਲ ਚਲੀ ਜਾਊਂਗੀ। ਜਦੀ ਸਰਪੰਚ ਨੇ ਕਿਹਾ, ਅਰੇ ਸੁਸ਼ਮਾ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਇੱਕ ਗੱਲ ਤਾਂ ਦੱਸੋ, ਤੁਸੀਂ ਜਦ ਆਪਣੇ ਪੁੱਤ ਦੇ ਕੋਲ ਚਲੀ ਜਾਓਗੀ ਤਾਂ ਤੁਹਾਡਾ ਕਾਰੋਬਾਰ ਕੌਣ ਸੰਭਾਲੇਗਾ? ਪਿੰਡ ਦੀ ਬਹੁਤ ਸਾਰੀ ਔਰਤਾਂ ਦਾ ਖਰਚਾ ਪਾਣੀ ਤਾਂ ਤੁਹਾਡੀ ਅਚਾਰ ਦੀ ਫੈਕਟਰੀ ਤੋਂ ਹੀ ਨਿਕਲਦਾ ਹੈ। ਤੁਸੀਂ ਚਲੀ ਜਾਓਗੀ ਤਾਂ ਜਿੰਨੀ ਵੀ ਔਰਤਾਂ ਤੁਹਾਡੀ ਅਚਾਰ ਦੀ ਫੈਕਟਰੀ ਪਰ ਨਿਰਭਰ ਹਨ ਉਹਨਾਂ ਦਾ ਕਿਆ ਹੋਗਾ? ਅਚਾਰ ਤਾਂ ਸਿਰਫ ਤੁਹਾਡੇ ਹੱਥਾਂ ਦਾ ਬਣਿਆ ਹੋਇਆ ਹੀ ਲਾਜਵਾਬ ਹੁੰਦਾ ਹੈ। ਤੁਹਾਡੇ ਜਾਣੇ ਨਾਲ ਉਸ ਅਚਾਰ ਦੀ ਗੁਣਵੱਤਾ ਵਿੱਚ ਗਿਰਾਵਟ ਆ ਜਾਵੇਗੀ। ਇਹ ਗੱਲ ਸੁਣ ਕੇ ਸੁਸ਼ਮਾ ਜੀ ਨੇ ਕਿਹਾ, ਸਰਪੰਚ ਜੀ, ਤੁਸੀਂ ਇਸ ਗੱਲ ਦੀ ਚਿੰਤਾ ਬਿਲਕੁਲ ਨਾ ਕਰੋ, ਮੈਂ ਸਭ ਸੰਭਾਲ ਲੂੰਗੀ। ਸਰਪੰਚ ਨਾਲ ਗੱਲ ਕਰਕੇ ਸੁਸ਼ਮਾ ਜੀ ਜਲਦੀ ਨਾਲ ਘਰ ਦੇ ਕੋਲ ਹੀ ਬਣੀ ਆਪਣੇ ਅਚਾਰ ਦੀ ਫੈਕਟਰੀ ਵਿੱਚ ਆਉਂਦੀ ਹੈ ਅਤੇ ਸਾਰੀ ਔਰਤਾਂ ਨੂੰ ਬੁਲਾ ਕੇ ਆਪਣੇ ਜਾਣੇ ਦਾ ਸਮਾਚਾਰ ਸੁਣਾਉਂਦੀ ਹੈ ਅਤੇ ਆਪਣੀ ਫੈਕਟਰੀ ਵਿੱਚ ਕੰਮ ਕਰਨ ਵਾਲੀ ਸਭ ਤੋਂ ਅਨੁਭਵੀ ਔਰਤ ਕਮਲਾ ਨੂੰ ਆਪਣੀ ਫੈਕਟਰੀ ਦੀ ਜ਼ਿੰਮੇਵਾਰੀ ਸੌਂਪਦੇ ਹੋਏ ਆਪਣੇ ਹੱਥ ਦਾ ਬਣਾ ਉਹ ਸਪੈਸ਼ਲ ਮਸਾਲਾ ਵੀ ਦੇ ਦਿੰਦੀ ਹੈ ਜਿਸ ਨੂੰ ਉਹ ਖੁਦ ਬਣਾਇਆ ਕਰਦੀ ਸੀ, ਜਿਸ ਨੂੰ ਪਾਉਣੇ ਨਾਲ ਅਚਾਰ ਦਾ ਸਵਾਦ ਇੰਨਾ ਵੱਧ ਜਾਂਦਾ ਸੀ ਕਿ ਲੋਕ ਉਂਗਲੀਆਂ ਚੱਟਦੇ ਰਹਿ ਜਾਂਦੇ ਸੀ। ਅਤੇ ਮਸਾਲਾ ਉਹਨਾਂ ਨੂੰ ਦਿੰਦੇ ਹੋਏ ਕਿਹਾ ਕਿ ਇਸ ਮਸਾਲੇ ਨੂੰ ਮਾਤਰਾ ਵਿੱਚ ਪਾਉਣਾ। ਮੇਰੀ ਗੈਰ ਹਾਜ਼ਰੀ ਵਿੱਚ ਇਹ ਕੰਮ ਰੁਕਣਾ ਨਹੀਂ ਚਾਹੀਦਾ। ਸਮੇਂ ਪਰ ਆ ਕੇ ਮੈਂ ਕੰਮ ਦੇਖਦੀ ਰਹੂੰਗੀ। ਸਭ ਸਮਝਾਣੇ ਦੇ ਬਾਅਦ ਸੁਸ਼ਮਾ ਜੀ ਆਪਣੇ ਪੁੱਤ ਦੇ ਘਰ ਲੈ ਜਾਣੇ ਦੇ ਲਈ ਕੁਝ ਮਿਠਾਈਆਂ ਬਣਾਉਣੇ ਦੀ ਤਿਆਰੀ ਕਰਨ ਲੱਗੀ
ਆਪਣੇ ਪੁੱਤ ਦੀ ਫੇਵਰੇਟ ਬਰਫੀ ਅਤੇ ਦੇਸੀ ਘੀ ਦੀ ਪਿੰਨੀਆਂ ਤਿਆਰ ਕਰਕੇ ਪੈਕ ਕਰ ਲੈਂਦੀ ਹਨ ਅਤੇ ਨਾਲ ਲੈ ਕੇ ਜਾਣੇ ਦੇ ਲਈ ਕੁਝ ਅਚਾਰ ਵੀ ਚੁੱਕ ਲੈਂਦੀ ਹਨ। ਉਹਨਾਂ ਦੇ ਜਾਣੇ ਦੀ ਪੂਰੀ ਤਿਆਰੀ ਹੋ ਜਾਂਦੀ ਹੈ। ਇੱਕ ਤਰਫ ਤਾਂ ਉਹਨਾਂ ਦੇ ਮਨ ਵਿੱਚ ਆਪਣੇ ਪੁੱਤ ਦੇ ਕੋਲ ਰਹਿਣੇ ਦੀ ਖੁਸ਼ੀ ਹੈ, ਪਰੰਤੂ ਦੂਸਰੀ ਤਰਫ ਪਿੰਡ ਨੂੰ ਛੱਡ ਕੇ ਜਾਣੇ ਦੇ ਬਾਰੇ ਵਿੱਚ ਸੋਚ ਕੇ ਉਹਨਾਂ ਦਾ ਮਨ ਭਾਰੀ ਹੋ ਉੱਠਦਾ ਹੈ। ਆਪਣੇ ਪੁੱਤ ਦੇ ਕੋਲ ਸ਼ਹਿਰ ਜਾਂਦੇ ਸਮੇਂ ਸੁਸ਼ਮਾ ਜੀ ਨੂੰ ਸਾਰੇ ਪਿੰਡ ਵਾਲੇ ਟ੍ਰੇਨ ਵਿੱਚ ਛੱਡਣੇ ਦੇ ਲਈ ਆਉਂਦੇ ਹਨ। ਟ੍ਰੇਨ ਦੀ ਖਿੜਕੀ ਤੋਂ ਉਹਨਾਂ ਨੇ ਆਪਣੇ ਪਿੰਡ ਦੇ ਸਾਰੇ ਲੋਕਾਂ ਨੂੰ ਅਲਵਿਦਾ ਕਿਹਾ ਅਤੇ ਟ੍ਰੇਨ ਚੱਲ ਪਈ ਅਤੇ ਦਿੱਲੀ ਸਟੇਸ਼ਨ ਪਰ ਜਾ ਪਹੁੰਚੀ। ਸਟੇਸ਼ਨ ਪਰ ਉਤਰ ਕੇ ਉਹਨਾਂ ਨੇ ਬੜੀ ਖੁਸ਼ੀ ਨਾਲ ਆਪਣੇ ਪੁੱਤ ਨੂੰ ਫੋਨ ਲਗਾਇਆ। ਜਿਵੇਂ ਹੀ ਅਮਿਤ ਨੇ ਫੋਨ ਚੁੱਕਿਆ, ਸੁਸ਼ਮਾ ਜੀ ਨੇ ਤੁਰੰਤ ਕਿਹਾ, ਪੁੱਤ ਅਮਿਤ, ਪੁੱਤ ਮੈਂ ਸਟੇਸ਼ਨ ਪਰ ਪਹੁੰਚ ਚੁੱਕੀ ਹਾਂ, ਪਰੰਤੂ ਤੂੰ ਮੈਨੂੰ ਕਿਤੇ ਨਜ਼ਰ ਨਹੀਂ ਆ ਰਿਹਾ। ਜਲਦੀ ਨਾਲ ਆ ਜਾ, ਮੈਂ ਬਹੁਤ ਥੱਕ ਗਈ ਹਾਂ। ਆਪਣੀ ਮਾਂ ਦੀ ਗੱਲ ਸੁਣ ਕੇ ਅਮਿਤ ਨੇ ਕਿਹਾ, ਮਾਂ ਥੋੜ੍ਹੀ ਦੇਰ ਇੰਤਜ਼ਾਰ ਕਰੋ, ਮੈਂ ਕੁਝ ਹੀ ਸਮੇਂ ਵਿੱਚ ਪਹੁੰਚਦਾ ਹਾਂ। ਅਮਿਤ ਆਪਣੀ ਪਤਨੀ ਸ਼ਿਖਾ ਦੇ ਨਾਲ ਉਸ ਸਮੇਂ ਇੱਕ ਪਾਰਟੀ ਵਿੱਚ ਸੀ। ਜਿਵੇਂ ਹੀ ਆਉਣ ਲੱਗਾ ਤਾਂ ਉਸੇ ਸਮੇਂ ਉਸਦੀ ਪਤਨੀ ਨੇ ਕਿਹਾ, ਮੇਰੀ ਸਹੇਲੀ ਦੀ ਅੰਗੇਜਮੈਂਟ ਪਾਰਟੀ ਤੋਂ ਇੰਨੀ ਜਲਦੀ ਅਸੀਂ ਵਾਪਿਸ ਚਲੇ ਜਾਵਾਂਗੇ ਤਾਂ ਉਹ ਬੁਰਾ ਮੰਨ ਜਾਵੇਗੀ। ਮਾਂ ਜੀ ਨੂੰ ਥੋੜ੍ਹੀ ਦੇਰ ਵਿੱਚ ਲੈ ਆਉਣਾ। ਦੂਜੇ ਪਾਸੇ ਸੁਸ਼ਮਾ ਜੀ ਇੰਤਜ਼ਾਰ ਕਰਦੇ ਥੱਕ ਕੇ ਚੂਰ ਹੋ ਗਈ, ਪਰ ਅਮਿਤ ਦਾ ਕੁਝ ਅਤਾ ਪਤਾ ਨਹੀਂ ਸੀ। ਥੋੜ੍ਹੀ ਦੇਰ ਬਾਅਦ ਫਿਰ ਤੋਂ ਫੋਨ ਲਗਾਇਆ, ਪਰ ਅਮਿਤ ਨੇ ਫੋਨ ਚੁੱਕ ਕੇ ਕਿਹਾ, ਮਾਂ ਮੈਂ ਹੁਣੇ ਬਿਜੀ ਹਾਂ, ਇਸ ਲਈ ਆਉਣੇ ਵਿੱਚ ਦੇਰ ਹੋ ਜਾਵੇਗੀ। ਮੈਂ ਤੁਹਾਨੂੰ ਐਡਰੈਸ ਦੱਸ ਦਿੰਦਾ ਹਾਂ, ਤੁਸੀਂ ਖੁਦ ਹੀ ਆਟੋ ਕਰਕੇ ਘਰ ਪਹੁੰਚ ਜਾਵੋ। ਐਸਾ ਕਹਿੰਦੇ ਹੋਏ ਅਮਿਤ ਨੇ ਫੋਨ ਕੱਟ ਦਿੱਤਾ। ਪੁੱਤ ਦਾ ਸਪਸ਼ਟ ਜਿਹਾ ਜਵਾਬ ਸੁਣ ਕੇ ਸੁਸ਼ਮਾ ਜੀ ਦੇ ਚਿਹਰੇ ਪਰ ਥਕਾਨ ਦੇ ਨਾਲ ਨਿਰਾਸ਼ਾ ਦੇ ਭਾਵ ਵੀ ਆ ਗਏ। ਬੱਚਿਆਂ ਨਾਲ ਮਿਲਣੇ ਦੀ ਉਤਸੁਕਤਾ ਉੱਥੇ ਦੀ ਉੱਥੇ ਧਰੀ ਰਹਿ ਗਈ ਅਤੇ ਮਨ ਹੀ ਮਨ ਸੋਚਣ ਲੱਗੀ ਕਿ ਮੈਂ ਤਾਂ ਸੋਚਿਆ ਸੀ ਕਿ ਜਦ ਮੈਂ ਸਟੇਸ਼ਨ ਪਰ ਪਹੁੰਚੂਗੀ ਤਾਂ ਮੇਰੇ ਬੱਚੇ ਮੈਨੂੰ ਲੈਣ ਆ ਜਾਣਗੇ ਅਤੇ ਦੌੜ ਕੇ ਮੇਰੇ ਨਾਲ ਗਲੇ ਮਿਲਣਗੇ, ਪਰ ਇੱਥੇ ਤਾਂ ਹੁਣ ਮੈਂ ਕਿੱਥੇ ਭਟਕਾਂ, ਕਿਵੇਂ ਉਸਦੇ ਘਰ ਤੱਕ ਪਹੁੰਚਾਂ। ਇਹ ਸੋਚ ਕੇ ਉਹ ਘਬਰਾਉਣ ਲੱਗੀ। ਫਿਰ ਹਿੰਮਤ ਕਰਕੇ ਤੇਜ਼ੀ ਨਾਲ ਕਦਮ ਵਧਾ ਕੇ ਆਟੋ ਤੱਕ ਪਹੁੰਚੀ। ਆਟੋ ਵਾਲੇ ਨੂੰ ਦਿੱਤੇ ਗਏ ਪਤੇ ਪਰ ਲੈ ਜਾਣੇ ਨੂੰ ਕਿਹਾ। ਆਟੋ ਵਾਲੇ ਨੇ ਕਿਹਾ, ਮਾਂ ਜੀ ਮੈਂ ਤੁਹਾਨੂੰ ਛੱਡ ਦਿੰਦਾ ਹਾਂ। ਸੁਸ਼ਮਾ ਜੀ ਜਲਦੀ ਨਾਲ ਆਟੋ ਵਿੱਚ ਬੈਠ ਕੇ ਆਪਣੇ ਪੁੱਤ ਦੇ ਘਰ ਦੀ ਤਰਫ ਰਵਾਨਾ ਹੋ ਗਈ। ਕਰੀਬ ਅੱਧੇ ਘੰਟੇ ਬਾਅਦ ਉਹ ਅਮਿਤ ਦੇ ਫਲੈਟ ਤੱਕ ਪਹੁੰਚ ਗਈ, ਪਰ ਮੁਸੀਬਤ ਇੱਥੇ ਤੱਕ ਖਤਮ ਨਹੀਂ ਹੋਈ। ਅਮਿਤ ਬਿਲਡਿੰਗ ਦੇ ਚੌਥੇ ਫਲੋਰ ਪਰ ਰਹਿੰਦਾ ਸੀ ਅਤੇ ਉਸ ਦਿਨ ਲਿਫਟ ਵੀ ਬੰਦ ਪਈ ਸੀ, ਸ਼ਾਇਦ ਤਕਨੀਕੀ ਖਰਾਬੀ ਦੇ ਕਾਰਨ ਅਟਕ ਗਈ ਸੀ। ਸੁਸ਼ਮਾ ਜੀ ਦਾ ਸਮਾਨ ਵੀ ਬਹੁਤ ਜ਼ਿਆਦਾ ਸੀ, ਜਿਸ ਨੂੰ ਲੈ ਕੇ ਚੌਥੇ ਫਲੋਰ ਤੱਕ ਜਾਣਾ ਉਹਨਾਂ ਦੇ ਲਈ ਬਹੁਤ ਮੁਸ਼ਕਿਲ ਸੀ। ਜਦੀ ਆਟੋ ਵਾਲੇ ਨੂੰ ਉਹਨਾਂ ਪਰ ਦਇਆ ਆ ਗਈ ਅਤੇ ਬੋਲਿਆ, ਮਾਂ ਜੀ ਦਵੋ ਤੁਹਾਡਾ ਸਮਾਨ, ਮੈਂ ਉੱਪਰ ਤੱਕ ਚੜ੍ਹਾ ਦਿੰਦਾ ਹਾਂ। ਆਟੋ ਡਰਾਈਵਰ ਨੇ ਤੁਰੰਤ ਸਾਰਾ ਸਮਾਨ ਚੌਥੇ ਫਲੋਰ ਤੱਕ ਪਹੁੰਚਾ ਦਿੱਤਾ। ਸੁਸ਼ਮਾ ਜੀ ਨੇ ਉਸ ਨੂੰ ਢੇਰੋਂ ਆਸ਼ੀਰਵਾਦ ਦਿੱਤੇ ਅਤੇ ਡੋਰ ਬੈਲ ਵਜਾਈ। ਹੁਣ ਤੱਕ ਉਹਨਾਂ ਦੇ ਪੁੱਤ ਨੂੰ ਵੀ ਘਰ ਪਰ ਆ ਚੁੱਕੇ ਸੀ। ਸੁਸ਼ਮਾ ਜੀ ਦੇ ਪੁੱਤ ਅਮਿਤ ਨੇ ਦਰਵਾਜ਼ਾ ਖੋਲ੍ਹਿਆ। ਇੰਨੇ ਸਮੇਂ ਬਾਅਦ ਆਪਣੇ ਪੁੱਤ ਨੂੰ ਦੇਖਦੇ ਹੀ ਉਹਨਾਂ ਦੇ ਚਿਹਰੇ ਪਰ ਖੁਸ਼ੀ ਭਰੀ ਚਮਕ ਆ ਗਈ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੀ, ਜ਼ੋਰ ਨਾਲ ਕੁੱਤੇ ਦੇ ਭੌਂਕਣੇ ਦੀ ਆਵਾਜ਼ ਆਉਣ ਲੱਗੀ। ਸੁਸ਼ਮਾ ਜੀ ਜ਼ੋਰ ਨਾਲ ਚੀਕਣ ਲੱਗੀ ਅਤੇ ਹੜਬੜਾ ਕੇ ਦਰਵਾਜ਼ੇ ਤੋਂ ਬਾਹਰ ਨਿਕਲ ਗਈ। ਇਹ ਕਿਆ ਅਮਿਤ, ਤੂੰ ਘਰ ਵਿੱਚ ਕੁੱਤਾ ਪਾਲਿਆ ਹੋਇਆ ਹੈ? ਜਦੀ ਪਿੱਛੇ ਤੋਂ ਸੁਸ਼ਮਾ ਜੀ ਦਾ ਪੋਤਾ ਅੰਕੁਸ਼ ਆਇਆ ਅਤੇ ਬੋਲਿਆ, ਦਾਦੀ ਮਾਂ, ਇੱਕ ਕੁੱਤਾ ਨਹੀਂ, ਸਾਡੇ ਘਰ ਤਾਂ ਦੋ ਕੁੱਤੇ ਹਨ। ਸੁਸ਼ਮਾ ਜੀ ਹੋਰ ਵੀ ਜ਼ਿਆਦਾ ਘਬਰਾ ਗਈ, ਕਿਉਂਕਿ ਉਹਨਾਂ ਨੂੰ
ਕੁੱਤਿਆਂ ਤੋਂ ਬਹੁਤ ਡਰ ਲੱਗਦਾ ਸੀ। ਉਸੀ ਸਮੇਂ ਅਮਿਤ ਬੋਲਿਆ, ਮਾਂ ਘਬਰਾਓ ਨਾ, ਇਹ ਦੋਨੋਂ ਤੁਹਾਨੂੰ ਕੁਝ ਨਹੀਂ ਕਹਿਣਗੇ। ਪੁੱਤ, ਤੈਨੂੰ ਪਤਾ ਹੈ ਕਿ ਮੈਨੂੰ ਕੁੱਤਿਆਂ ਤੋਂ ਕਿੰਨਾ ਡਰ ਲੱਗਦਾ ਹੈ। ਬਹੁਤ ਸਾਲਾਂ ਪਹਿਲਾਂ ਮੈਨੂੰ ਇੱਕ ਕੁੱਤੇ ਨੇ ਕੱਟਿਆ ਸੀ ਅਤੇ ਜਦ ਮੈਨੂੰ ਬਹੁਤ ਸਾਰੇ ਇੰਜੈਕਸ਼ਨ ਲਗਵਾਉਣੇ ਪਏ ਸੀ। ਨਾ ਬਾਬਾ, ਮੈਂ ਤਾਂ ਇੱਥੇ ਨਹੀਂ ਰਹਿ ਸਕਦੀ। ਮੈਂ ਤਾਂ ਅੱਜ ਹੀ ਆਪਣੇ ਘਰ ਵਾਪਿਸ ਚਲੀ ਜਾਊਂਗੀ। ਇੰਨੀ ਗੱਲ ਸੁਣ ਕੇ ਉਹਨਾਂ ਦੀ ਨੂੰਹ ਕਮਰੇ ਤੋਂ ਬਾਹਰ ਨਿਕਲੀ ਅਤੇ ਕੁੱਤੇ ਨੂੰ ਰੱਸੀ ਨਾਲ ਬੰਨ੍ਹਦੀ ਹੋਈ ਬੋਲੀ, ਮਾਂ ਜੀ, ਇਹ ਕੁੱਤੇ ਤੁਹਾਨੂੰ ਬਿਲਕੁਲ ਨੁਕਸਾਨ ਨਹੀਂ ਪਹੁੰਚਾਉਣਗੇ। ਤੁਸੀਂ ਬੇਝਿਜਕ ਅੰਦਰ ਆਓ। ਥੋੜ੍ਹੇ ਦਿਨਾਂ ਵਿੱਚ ਹੀ ਤੁਹਾਡੇ ਨਾਲ ਇੰਨੇ ਘੁਲ ਮਿਲ ਜਾਣਗੇ ਕਿ ਤੁਹਾਨੂੰ ਬਿਲਕੁਲ ਤੰਗ ਨਹੀਂ ਕਰਨਗੇ। ਐਸਾ ਕਹਿੰਦੇ ਹੋਏ ਉਹ ਸੁਸ਼ਮਾ ਜੀ ਨੂੰ ਅੰਦਰ ਲੈ ਕੇ ਆਏ ਅਤੇ ਸੋਫੇ ਪਰ ਆਰਾਮ ਨਾਲ ਬਿਠਾ ਕੇ ਪਾਣੀ ਪਿਲਾਇਆ। ਇੰਨੇ ਸਾਲਾਂ ਬਾਅਦ ਆਪਣੇ ਪੁੱਤ ਅਤੇ ਨੂੰਹ ਦਾ ਚਿਹਰਾ ਦੇਖ ਕੇ ਸੁਸ਼ਮਾ ਜੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਹ ਤਾਂ ਉਹਨਾਂ ਦੀ ਬਲਾਏ ਹੀ ਲੈਂਦੀ ਜਾ ਰਹੀ ਸੀ, ਪਰ ਸੁਸ਼ਮਾ ਜੀ ਨੇ ਮਹਿਸੂਸ ਕੀਤਾ ਕਿ ਉਹਨਾਂ ਦੇ ਪੁੱਤ ਨੂੰ ਉਹਨਾਂ ਨਾਲ ਮਿਲ ਕੇ ਕੁਝ ਜ਼ਿਆਦਾ ਖੁਸ਼ੀ ਮਹਿਸੂਸ ਨਹੀਂ ਹੋ ਰਹੀ ਸੀ। ਉਲਟਾ ਉਸਦਾ ਤਾਂ ਮੂੰਹ ਬਣਿਆ ਹੋਇਆ ਸੀ। ਪਰ ਸੁਸ਼ਮਾ ਜੀ ਇਹਨਾਂ ਸਭ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣੇ ਚਿਹਰੇ ਪਰ ਖੁਸ਼ੀ ਦੇ ਭਾਵ ਬਣਾਏ ਰੱਖੇ। ਪਰ ਅਮਿਤ ਨੂੰ ਆਪਣੀ ਮਾਂ ਤੋਂ ਕੋਈ ਸਰੋਕਾਰ ਨਹੀਂ ਸੀ। ਸੁਸ਼ਮਾ ਜੀ ਪਿੰਡ ਤੋਂ ਬਣਾ ਕੇ ਲਿਆਈ ਹੋਈ ਸਾਰੀ ਚੀਜ਼ਾਂ ਆਪਣੀ ਨੂੰਹ ਨੂੰ ਦੇਣ ਲੱਗੀ ਅਤੇ ਸਭ ਕੁਝ ਦੇਣੇ ਦੇ ਬਾਅਦ ਅਚਾਰ ਦਾ ਡੱਬਾ ਕੱਢ ਕੇ ਮੇਜ਼ ਪਰ ਰੱਖ ਦਿੱਤਾ। ਜਿਵੇਂ ਹੀ ਅਚਾਰ ਦਾ ਡੱਬਾ ਕੱਢਿਆ, ਅਮਿਤ ਬੁਖਲਾ ਉੱਠਿਆ ਅਤੇ ਝੁੰਝਲਾਉਂਦੇ ਹੋਏ ਬੋਲਿਆ, ਤੁਸੀਂ ਇੱਥੇ ਵੀ ਅਚਾਰ ਲੈ ਆਈ? ਕਿਆ ਤੁਹਾਨੂੰ ਨਹੀਂ ਪਤਾ ਕਿ ਮੈਨੂੰ ਅਚਾਰ ਦੀ ਖੁਸ਼ਬੂ ਜ਼ਰਾ ਵੀ ਪਸੰਦ ਨਹੀਂ ਹੈ? ਮੈਨੂੰ ਅਚਾਰ ਦੀ ਮਹਿਕ ਤੱਕ ਨਹੀਂ ਚਾਹੀਦੀ। ਆਪਣੇ ਘਰ ਵਿੱਚ ਲੈ ਜਾਓ ਅਤੇ ਜਾ ਕੇ ਇਸ ਨੂੰ ਬਾਹਰ ਸੁੱਟ ਦੇਵੋ। ਅਮਿਤ ਦੇ ਇੰਨਾ ਕਹਿਣੇ ਪਰ ਸੁਸ਼ਮਾ ਜੀ ਨੇ ਤੁਰੰਤ ਅਚਾਰ ਦੇ ਡੱਬੇ ਨੂੰ ਉੱਥੇ ਤੋਂ ਚੁੱਕ ਲਿਆ ਅਤੇ ਵਾਪਿਸ ਆਪਣੇ ਬੈਗ ਵਿੱਚ ਰੱਖ ਦਿੱਤਾ। ਹੁਣੇ ਘਰ ਪਹੁੰਚੇ ਉਹਨਾਂ ਨੂੰ 2 ਘੰਟੇ ਵੀ ਨਹੀਂ ਬੀਤੇ ਸੀ ਕਿ ਉਹਨਾਂ ਦੀ ਨੂੰਹ ਸ਼ਿਖਾ ਉਹਨਾਂ ਨੂੰ ਪੂਰਾ ਘਰ ਦਿਖਾਉਣ ਲੱਗੀ ਅਤੇ ਸਾਰੀ ਜਗ੍ਹਾ ਦਿਖਾਉਣੇ ਦੇ ਬਾਅਦ ਉਹਨਾਂ ਨੂੰ ਰਸੋਈ ਵਿੱਚ ਲੈ ਕੇ ਆ ਗਈ ਅਤੇ ਬੋਲੀ, ਮਾਂ ਜੀ, ਇਹ ਸਾਡਾ ਰਸੋਈ ਘਰ ਹੈ। ਸਾਰਾ ਰਾਸ਼ਨ ਰਸੋਈ ਘਰ ਵਿੱਚ ਨੀਚੇ ਦੀ ਅਲਮਾਰੀਆਂ ਵਿੱਚ ਹੀ ਰੱਖਿਆ ਹੈ ਅਤੇ ਕੁੱਤਿਆਂ ਦੇ ਖਾਣੇ ਪੀਣੇ ਦਾ ਸਮਾਨ ਅਲੱਗ ਤੋਂ ਬਣੇ ਇਸ ਦਰਾਜ ਵਿੱਚ ਰੱਖਿਆ ਹੋਇਆ ਹੈ। ਐਸਾ ਕਹਿੰਦੇ ਹੋਏ ਇੱਕ ਇੱਕ ਕਰਕੇ ਬਰੀਕੀ ਨਾਲ ਸਾਰੇ ਸਮਾਨ ਦੇ ਬਾਰੇ ਵਿੱਚ ਦੱਸਣ ਲੱਗੀ ਕਿ ਕਿਹੜਾ ਸਮਾਨ ਕਿੱਥੇ ਰੱਖਿਆ ਹੈ। ਸੁਸ਼ਮਾ ਜੀ ਇਹ ਸੋਚ ਕੇ ਹੈਰਾਨ ਸੀ ਕਿ ਉਹਨਾਂ ਦੀ ਨੂੰਹ ਆਉਂਦੇ ਹੀ ਇਹ ਸਾਰੀ ਗੱਲਾਂ ਉਹਨਾਂ ਨੂੰ ਕਿਉਂ ਸਮਝਾ ਰਹੀ ਹੈ, ਕਿਹੜੀ ਚੀਜ਼ ਕਿੱਥੇ ਰੱਖੀ ਹੈ, ਇਹ ਸਭ ਗੱਲਾਂ ਕਿਉਂ ਦੱਸ ਰਹੀ ਹੈ। ਇਹ ਗੱਲ ਉਹ ਸਮਝ ਨਹੀਂ ਪਾ ਰਹੀ ਸੀ। ਇੰਨੇ ਵਿੱਚ ਉਹਨਾਂ ਦਾ ਪੋਤਾ ਅੰਕੁਸ਼ ਬੋਲਿਆ, ਦਾਦੀ, ਕਿਆ ਤੁਹਾਨੂੰ ਪਤਾ ਹੈ ਕਿ ਅਸੀਂ 1 ਮਹੀਨੇ ਦੀ ਛੁੱਟੀਆਂ ਦੇ ਲਈ ਬਾਹਰ ਘੁੰਮਣ ਜਾ ਰਹੇ ਹਾਂ। ਅਸੀਂ ਉੱਥੇ ਖੂਬ ਮਸਤੀ ਕਰਾਂਗੇ। ਇਹ ਗੱਲ ਸੁਣ ਕੇ ਸੁਸ਼ਮਾ ਜੀ ਪ੍ਰਸ਼ਨਵਾਚਕ ਨਿਗਾਹਾਂ ਨਾਲ ਆਪਣੇ ਪੁੱਤ ਨੂੰ ਦੀ ਤਰਫ ਦੇਖਣ ਲੱਗੀ। ਜਦ ਹੀ ਉਹਨਾਂ ਦਾ ਪੋਤਾ ਅੰਕੁਸ਼ ਫਿਰ ਤੋਂ ਬੋਲਿਆ, ਅਰੇ ਦਾਦੀ, ਤੁਹਾਨੂੰ ਨਹੀਂ ਪਤਾ ਸੀ ਕਿਆ? ਤਾਂ ਹੀ ਤਾਂ ਪਾਪਾ ਮੰਮੀ ਨੇ ਫੋਨ ਕਰਕੇ ਤੁਹਾਨੂੰ ਇੱਥੇ ਹੀ ਬੁਲਾ ਲਿਆ ਹੈ ਤਾਂ ਕਿ ਸਾਡੇ ਜਾਣੇ ਦੇ ਬਾਅਦ ਕੁੱਤਿਆਂ ਦਾ ਧਿਆਨ ਰੱਖਿਆ ਜਾ ਸਕੇ ਅਤੇ ਘਰ ਦੀ ਦੇਖਭਾਲ ਕਰ ਸਕੋ। ਇਹ ਗੱਲ ਸੁਣ ਕੇ ਤਾਂ ਸੁਸ਼ਮਾ ਜੀ ਦੇ ਪੈਰਾਂ ਥੱਲੋਂ ਜ਼ਮੀਨ ਹੀ ਖਿਸਕ ਗਈ ਸੀ। ਉਹਨਾਂ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ, ਕਿਉਂਕਿ ਹੁਣ ਤੱਕ ਤਾਂ ਉਹ ਇਹੀ ਸੋਚ ਰਹੀ ਸੀ ਕਿ ਉਹਨਾਂ ਦੇ ਪੁੱਤ ਨੂੰ ਉਹਨਾਂ ਦੀ ਬਹੁਤ ਚਿੰਤਾ ਹੈ, ਜਿਸ ਕਾਰਨ ਉਹਨਾਂ ਲੋਕਾਂ ਨੇ ਉਹਨਾਂ ਨੂੰ ਇੱਥੇ ਬੁਲਾਇਆ ਹੈ। ਉਹ ਕੁੱਤਿਆਂ ਤੋਂ ਬਹੁਤ ਹੀ ਦੂਰ ਰਹਿੰਦੀ ਸੀ ਅਤੇ ਹੁਣ ਤਾਂ ਉਹਨਾਂ ਨੂੰ ਉਹਨਾਂ ਦੀ ਦੇਖਭਾਲ ਕਰਨੀ ਪਵੇਗੀ। ਇਹ ਗੱਲ ਸੋਚ ਕੇ ਸੁਸ਼ਮਾ ਜੀ ਨੇ ਕਿਹਾ, ਪੁੱਤ, ਤੂੰ ਤਾਂ ਜਾਣਦਾ ਹੈ ਕਿ ਮੈਨੂੰ ਕੁੱਤਿਆਂ ਤੋਂ ਕਿੰਨਾ ਡਰ ਲੱਗਦਾ ਹੈ।
ਫਿਰ ਵੀ ਤੂੰ ਮੈਨੂੰ ਇੱਥੇ ਇਕੱਲਾ ਇਹਨਾਂ ਕੁੱਤਿਆਂ ਦੇ ਨਾਲ ਛੱਡ ਕੇ ਜਾ ਰਿਹਾ ਹੈ। ਮੇਰੇ ਤੋਂ ਨਹੀਂ ਹੋ ਪਾਵੇਗਾ ਇਹ ਸਭ ਕੰਮ। ਜਦੀ ਅਮਿਤ ਨੇ ਆਪਣੀ ਮਾਂ ਨੂੰ ਸਮਝਾਉਂਦੇ ਹੋਏ ਕਿਹਾ, ਇਹ ਤੁਸੀਂ ਕੈਸੀ ਗੱਲਾਂ ਕਰ ਰਹੇ ਹੋ? ਇਹ ਕੁੱਤੇ ਬਸ 2-4 ਦਿਨ ਹੀ ਤੁਹਾਨੂੰ ਪਰੇਸ਼ਾਨ ਕਰਨਗੇ। ਉਸ ਦੇ ਬਾਅਦ ਤਾਂ ਇਹਨਾਂ ਦੋਨਾਂ ਦੇ ਨਾਲ ਤੁਹਾਡੀ ਦੋਸਤੀ ਹੋ ਜਾਵੇਗੀ। ਐਸਾ ਕਹਿੰਦੇ ਹੋਏ ਅਮਿਤ ਆਪਣੇ ਕਮਰੇ ਵਿੱਚ ਚਲਾ ਗਿਆ। ਦੂਜੇ ਪਾਸੇ ਬੇਚਾਰੀ ਸੁਸ਼ਮਾ ਜੀ ਨੇ ਤਾਂ ਇਹ ਸੋਚਿਆ ਸੀ ਕਿ ਉਹ ਆਪਣੇ ਪੁੱਤ ਨੂੰ ਦੇ ਨਾਲ ਹਸੀ ਖੁਸ਼ੀ ਰਹੇਗੀ, ਪਰ ਇੱਥੇ ਤਾਂ ਪੁੱਤ ਨੂੰ ਨੇ ਉਹਨਾਂ ਨੂੰ ਆਪਣੇ ਘਰ ਦੀ ਨੌਕਰਾਣੀ ਬਣਾ ਕੇ ਰੱਖ ਦਿੱਤਾ। ਜਦੀ ਉਹਨਾਂ ਦੀ ਨੂੰਹ ਸ਼ਿਖਾ ਬੋਲੀ, ਮਾਂ ਜੀ ਤੁਸੀਂ ਇੱਥੇ ਇਕੱਲੀ ਨਹੀਂ ਰਹੋਗੀ, ਕੰਮ ਵਾਲੀ ਬਾਈ ਤਾਂ ਰੋਜ਼ ਆਉਂਦੀ ਹੈ, ਉਹ ਤੁਹਾਡੀ ਹਰ ਕੰਮ ਵਿੱਚ ਮਦਦ ਕਰ ਦੇਗੀ। ਖੈਰ ਜਦ ਰਾਤ ਬੀਤੀ ਅਤੇ ਸਵੇਰ ਹੋ ਗਈ ਤਾਂ ਪੁੱਤ ਨੂੰ ਆਪਣੇ ਬੇਟੇ ਨੂੰ ਨਾਲ ਲੈ ਕੇ ਛੁੱਟੀਆਂ ਮਨਾਉਣੇ ਦੇ ਲਈ ਸਮਾਨ ਪੈਕ ਕਰਕੇ ਨਿਕਲ ਪਏ। ਹੁਣ ਘਰ ਵਿੱਚ ਬਚੀ ਸਿਰਫ ਸੁਸ਼ਮਾ ਜੀ, ਜੋ ਕਿ ਇਕੱਲੀ ਘਰ ਵਿੱਚ ਰਹਿ ਗਈ ਸੀ, ਪਰੰਤੂ ਫਿਰ ਵੀ ਉਹਨਾਂ ਦੇ ਮਨ ਵਿੱਚ ਇੱਕ ਸੰਤੁਸ਼ਟੀ ਸੀ ਕਿ ਚਲੋ ਕੰਮ ਵਾਲੀ ਬਾਈ ਤਾਂ ਆ ਹੀ ਜਾਵੇਗੀ ਤਾਂ ਉਹਨਾਂ ਦਾ ਕੰਮ ਹਲਕਾ ਕਰ ਦੇਵੇਗੀ। ਹੁਣ ਇਹ ਸੋਚ ਹੀ ਰਹੀ ਸੀ ਕਿ ਅਚਾਨਕ ਫੋਨ ਦੀ ਘੰਟੀ ਵੱਜੀ। ਉਹਨਾਂ ਦੀ ਨੂੰਹ ਸ਼ਿਖਾ ਨੇ ਫੋਨ ਪਰ ਕਿਹਾ, ਮਾਂ ਜੀ ਕੰਮ ਵਾਲੀ ਬਾਈ ਕੁਝ ਦਿਨਾਂ ਦੇ ਲਈ ਨਹੀਂ ਆ ਪਾਵੇਗੀ। ਹੁਣੇ ਉਸਦਾ ਫੋਨ ਆਇਆ ਸੀ। ਉਸਦਾ ਪਤੀ ਅਚਾਨਕ ਬਿਮਾਰ ਹੋ ਗਿਆ ਹੈ ਅਤੇ ਹਸਪਤਾਲ ਵਿੱਚ ਭਰਤੀ ਹੈ, ਤਾਂ ਘਰ ਪਰ ਸਾਰਾ ਕੰਮ ਤੁਸੀਂ ਹੀ ਦੇਖ ਲੈਣਾ। ਇੰਨਾ ਕਹਿ ਕੇ ਉਸਨੇ ਫੋਨ ਰੱਖ ਦਿੱਤਾ। ਇੰਨੇ ਬੜੇ ਘਰ ਵਿੱਚ ਸੁਸ਼ਮਾ ਜੀ ਦੋਨੋਂ ਕੁੱਤਿਆਂ ਦੇ ਨਾਲ ਇਕੱਲੀ ਰਹਿ ਗਈ। ਉਹ ਕੁੱਤਿਆਂ ਤੋਂ ਬਹੁਤ ਡਰਦੀ ਸੀ, ਪਰੰਤੂ ਫਿਰ ਵੀ ਉਹਨਾਂ ਨੂੰ ਖਾਣਾ ਖਿਲਾਣੇ ਦੀ ਕੋਸ਼ਿਸ਼ ਕਰਨ ਲੱਗੀ, ਪਰ ਦੋਨੋਂ ਕੁੱਤੇ ਅਣਜਾਣਾ ਚਿਹਰਾ ਦੇਖ ਕੇ ਬੇਕਾਬੂ ਹੁੰਦੇ ਜਾ ਰਹੇ ਸੀ ਅਤੇ ਜ਼ੋਰ-ਜ਼ੋਰ ਨਾਲ ਭੌਂਕ ਰਹੇ ਸੀ। ਉਹ ਦੋਨੋਂ ਸੁਸ਼ਮਾ ਜੀ ਨੂੰ ਤੰਗ ਕਰ ਰਹੇ ਸੀ। ਪੂਰੇ ਘਰ ਵਿੱਚ ਉਥਮ ਮਚਾ ਕੇ ਰੱਖਿਆ ਹੋਇਆ ਸੀ। ਜਿਸ ਪ੍ਰਕਾਰ ਨਾਲ ਉਹਨਾਂ ਦੀ ਨੂੰਹ ਨੇ ਉਹਨਾਂ ਨੂੰ ਖਾਣਾ ਦੇਣੇ ਨੂੰ ਕਿਹਾ ਸੀ, ਉਹ ਉਸੇ ਤਰ੍ਹਾਂ ਨਾਲ ਉਹਨਾਂ ਨੂੰ ਖਾਣਾ ਖਿਲਾਉਣ ਲੱਗੀ। ਫਿਰ ਹੌਲੀ-ਹੌਲੀ ਦੋਨੋਂ ਕੁੱਤਿਆਂ ਨਾਲ ਉਹਨਾਂ ਦੀ ਦੋਸਤੀ ਹੋਣ ਲੱਗੀ ਅਤੇ ਕੁਝ ਹੀ ਦਿਨ ਵਿੱਚ ਉਹ ਦੋਨੋਂ ਉਹਨਾਂ ਦੀ ਸਾਰੀ ਗੱਲ ਮੰਨਣ ਲੱਗੇ ਅਤੇ ਉਹਨਾਂ ਦੇ ਨਾਲ ਘੁਲ ਮਿਲ ਗਏ। ਸ਼ਾਮ ਦੇ ਸਮੇਂ ਸੁਸ਼ਮਾ ਜੀ ਥੋੜ੍ਹੀ ਦੇਰ ਦੇ ਲਈ ਕੁੱਤਿਆਂ ਨੂੰ ਟਹਿਲਾਣੇ ਦੇ ਲਈ ਬਾਹਰ ਲੈ ਜਾਂਦੀ ਸੀ। ਹੌਲੀ-ਹੌਲੀ ਸੁਸਾਇਟੀ ਦੇ ਬਹੁਤ ਸਾਰੇ ਲੋਕਾਂ ਦੇ ਨਾਲ ਉਹਨਾਂ ਦੀ ਜਾਣ ਪਹਿਚਾਣ ਹੋ ਗਈ ਸੀ। ਉਹ ਕਦੀ-ਕਦੀ ਉਹਨਾਂ ਲੋਕਾਂ ਨੂੰ ਆਪਣੇ ਹੱਥ ਦਾ ਬਣਿਆ ਹੋਇਆ ਅਚਾਰ ਵੀ ਛੋਟੇ-ਛੋਟੇ ਡੱਬਿਆਂ ਵਿੱਚ ਪਾ ਕੇ ਦੇ ਦਿੰਦੀ ਸੀ। ਜਦ ਸੁਸਾਇਟੀ ਦੇ ਲੋਕਾਂ ਨੇ ਉਹਨਾਂ ਦੇ ਅਚਾਰ ਦਾ ਸਵਾਦ ਚੱਖਿਆ ਤਾਂ ਸਾਰੇ ਲੋਕਾਂ ਨੇ ਉਹਨਾਂ ਦੇ ਅਚਾਰ ਦੀ ਬਹੁਤ ਤਾਰੀਫ ਕੀਤੀ। ਇੱਥੇ ਵੀ ਉਹਨਾਂ ਦੇ ਅਚਾਰ ਦੀ ਮੰਗ ਹੋਣ ਲੱਗੀ, ਪਰੰਤੂ ਸੁਸ਼ਮਾ ਜੀ ਆਪਣੇ ਪੁੱਤ ਦੇ ਡਰ ਤੋਂ ਅਚਾਰ ਨਹੀਂ ਬਣਾ ਸਕਦੀ ਸੀ। ਇੱਕ ਦਿਨ ਜਦ ਸੁਸ਼ਮਾ ਜੀ ਆਪਣੇ ਕੁੱਤਿਆਂ ਨੂੰ ਘੁਮਾ ਕੇ ਲਿਫਟ ਤੋਂ ਉੱਪਰ ਦੀ ਤਰਫ ਆ ਰਹੀ ਸੀ, ਜਿਵੇਂ ਹੀ ਲਿਫਟ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਨੇ ਦੇਖਿਆ ਕਿ ਬਾਹਰ ਫਰਸ਼ ਪਰ ਇੱਕ ਖੂਬਸੂਰਤ ਜਿਹੀ ਪੋਟਲੀ ਪਈ ਸੀ। ਉਹਨਾਂ ਨੂੰ ਲੱਗਿਆ ਸ਼ਾਇਦ ਇਸ ਵਿੱਚ ਕੋਈ ਕੀਮਤੀ ਚੀਜ਼ ਹੋ ਸਕਦੀ ਹੈ ਜੋ ਕਿਸੇ ਤੋਂ ਗਲਤੀ ਨਾਲ ਗਿਰ ਗਈ ਹੈ। ਐਸਾ ਸੋਚ ਕੇ ਉਹਨਾਂ ਨੇ ਉਸ ਪੋਟਲੀ ਨੂੰ ਚੁੱਕਿਆ ਅਤੇ ਘਰ ਜਾ ਕੇ ਜਦ ਉਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਸੋਨੇ ਦੇ ਜੇਵਰ ਸੀ। ਇਹ ਦੇਖ ਕੇ ਉਹਨਾਂ ਨੂੰ ਬੜੀ ਹੈਰਾਨੀ ਹੋਈ। ਫਿਰ ਕੁਝ ਸੋਚ ਕੇ ਉਹਨਾਂ ਨੇ ਉਸ ਪੋਟਲੀ ਨੂੰ ਆਪਣੇ ਕੋਲ ਹੀ ਰੱਖ ਲਿਆ। ਅਗਲੇ ਦਿਨ ਸਵੇਰੇ ਉਹਨਾਂ ਨੂੰ ਸੁਸਾਇਟੀ ਵਿੱਚ ਕੁਝ ਰੌਲਾ ਪੈਣ ਦੀ ਆਵਾਜ਼ ਆਉਣ ਲੱਗੀ। ਰੌਲਾ ਰੱਪਾ ਸੁਣ ਕੇ ਸੁਸ਼ਮਾ ਜੀ ਬਾਹਰ ਨਿਕਲੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਕੁੜੀ ਫੁੱਟ-ਫੁੱਟ ਕੇ ਰੋ ਰਹੀ ਸੀ ਅਤੇ ਉਸਦੀ ਮਾਂ ਉਸ ਨੂੰ ਲਗਾਤਾਰ ਝਿੜਕ ਰਹੀ ਸੀ। ਪੁੱਛਣੇ ਪਰ ਪਤਾ ਚੱਲਿਆ ਕਿ ਉਸਦਾ ਕੁਝ ਹੀ ਦਿਨਾਂ ਵਿੱਚ ਵਿਆਹ ਹੈ ਅਤੇ ਉਸਨੇ ਆਪਣੇ ਸੋਨੇ ਦੇ ਜੇਵਰ ਕਿਤੇ ਗੁੰਮ ਕਰ ਦਿੱਤੇ ਹਨ। ਇਹ ਸੁਣ ਕੇ ਸੁਸ਼ਮਾ ਜੀ ਉਸ ਕੁੜੀ ਦੇ ਕੋਲ ਗਈ ਅਤੇ ਉਸ ਤੋਂ ਪੁੱਛਣ ਲੱਗੀ ਕਿ ਤੇਰੇ ਜੇਵਰ ਕਿਸ ਚੀਜ਼ ਵਿੱਚ ਰੱਖੇ ਸੀ।
ਤਾਂ ਉਸਨੇ ਦੱਸਿਆ ਕਿ ਉਹ ਇੱਕ ਪੋਟਲੀ ਵਿੱਚ ਰੱਖੇ ਸੀ। ਇਹ ਸੁਣ ਕੇ ਸੁਸ਼ਮਾ ਜੀ ਤੁਰੰਤ ਆਪਣੇ ਫਲੈਟ ਵਿੱਚ ਗਈ ਅਤੇ ਥੋੜ੍ਹੀ ਹੀ ਦੇਰ ਵਿੱਚ ਉਹ ਪੋਟਲੀ ਲੈ ਕੇ ਆਈ ਅਤੇ ਉਸਨੂੰ ਦਿੰਦੇ ਹੋਏ ਬੋਲੀ ਕਿ ਬੇਟਾ, ਇਹ ਪੋਟਲੀ ਮੈਨੂੰ ਲਿਫਟ ਦੇ ਬਾਹਰ ਗਿਰੀ ਹੋਈ ਮਿਲੀ ਸੀ, ਤਾਂ ਮੈਂ ਇਸ ਨੂੰ ਆਪਣੇ ਕੋਲ ਸੁਰੱਖਿਅਤ ਰੱਖ ਲਿਆ ਸੀ ਤਾਂ ਕਿ ਜਿਸ ਦੀ ਅਮਾਨਤ ਹੈ ਮੈਂ ਉਸਦੇ ਹੱਥਾਂ ਵਿੱਚ ਸੌਂਪ ਸਕਾਂ। ਹੁਣ ਆਪਣੀ ਇਸ ਅਮਾਨਤ ਨੂੰ ਸੰਭਾਲ ਕੇ ਰੱਖਣਾ। ਸੁਸ਼ਮਾ ਜੀ ਦੀ ਇਸ ਸਰਲਤਾ ਅਤੇ ਸਮਝਦਾਰੀ ਪਰ ਸੁਸਾਇਟੀ ਦੇ ਸਾਰੇ ਲੋਕ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ। ਹੁਣ ਤਾਂ ਉਹਨਾਂ ਨੂੰ ਇੱਥੇ ਵੀ ਬਹੁਤ ਚੰਗਾ ਮਾਨ ਸਨਮਾਨ ਦਿੱਤਾ ਜਾਣ ਲੱਗਾ। ਲੋਕ ਉਹਨਾਂ ਨੂੰ ਕਾਕੀ ਕਹਿ ਕੇ ਬੁਲਾਉਣ ਲੱਗੇ, ਜਿਵੇਂ ਕਿ ਉਹਨਾਂ ਨੂੰ ਪਿੰਡ ਵਿੱਚ ਬੁਲਾਇਆ ਜਾਂਦਾ ਸੀ। ਇੱਕ ਦਿਨ ਸੁਸਾਇਟੀ ਵਿੱਚ ਇੱਕ ਮੀਟਿੰਗ ਰੱਖੀ ਗਈ। ਆਪਣੇ ਪੁੱਤ ਅਤੇ ਨੂੰਹ ਦੀ ਤਰਫ ਤੋਂ ਸੁਸ਼ਮਾ ਜੀ ਉਸ ਮੀਟਿੰਗ ਨੂੰ ਅਟੈਂਡ ਕਰਨ ਚਲੀ ਗਈ। ਮੀਟਿੰਗ ਵਿੱਚ ਸਾਰਿਆਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੀ ਸੁਸਾਇਟੀ ਵਿੱਚ ਖਾਣਾ ਬਣਾਉਣੇ ਦੇ ਮੁਕਾਬਲੇ ਵਿੱਚ ਜੋ ਕੋਈ ਵੀ ਹਿੱਸਾ ਲੈਣਾ ਚਾਹੁੰਦੇ ਹਨ ਉਹ ਇਸ ਵਿੱਚ ਭਾਗ ਲੈ ਸਕਦੇ ਹਨ। ਫਿਰ ਕਿਹਾ ਸੀ, ਕਮੇਟੀ ਦੇ ਬਹੁਤ ਸਾਰੇ ਲੋਕਾਂ ਨੇ ਉਸ ਮੁਕਾਬਲੇ ਵਿੱਚ ਭਾਗ ਲਿਆ, ਪਰ ਸੁਸ਼ਮਾ ਜੀ ਸਾਰੀ ਗੱਲਾਂ ਸੁਣਦੀ ਹੋਈ ਚੁੱਪਚਾਪ ਬੈਠੀ ਰਹੀ। ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ। ਜਦੀ ਸੁਸਾਇਟੀ ਵਾਲਿਆਂ ਨੇ ਕਿਹਾ, ਅਰੇ ਕਾਕੀ, ਤੁਸੀਂ ਤਾਂ ਬਹੁਤ ਚੰਗਾ ਅਚਾਰ ਬਣਾਉਂਦੀ ਹੋ, ਤਾਂ ਕਿਉਂ ਨਾ ਤੁਸੀਂ ਵੀ ਇਸ ਮੁਕਾਬਲੇ ਵਿੱਚ ਹਿੱਸਾ ਲਓ। ਇਸ ਮੁਕਾਬਲੇ ਵਿੱਚ ਜਿੱਤਣੇ ਵਾਲੇ ਨੂੰ 2 ਲੱਖ ਇਨਾਮ ਦੀ ਰਾਸ਼ੀ ਦਿੱਤੀ ਜਾਏਗੀ। ਕਮੇਟੀ ਦੇ ਸਾਰੇ ਲੋਕਾਂ ਦੁਆਰਾ ਬੇਨਤੀ ਕੀਤੇ ਜਾਣੇ ਪਰ ਸੁਸ਼ਮਾ ਜੀ ਮੁਕਾਬਲੇ ਵਿੱਚ ਹਿੱਸਾ ਲੈਣੇ ਦੇ ਲਈ ਤਿਆਰ ਹੋ ਗਈ। ਮੁਕਾਬਲੇ ਦੀ ਤਿਆਰੀ ਦੇ ਲਈ ਉਹਨਾਂ ਨੇ ਅਚਾਰ ਬਣਾਉਣਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਲੋਕਾਂ ਨੇ ਮੁਕਾਬਲੇ ਵਿੱਚ ਇੱਕ ਤੋਂ ਇੱਕ ਤਰ੍ਹਾਂ ਦੇ ਸਵਾਦਿਸ਼ਟ ਪਕਵਾਨ ਬਣਾਏ ਅਤੇ ਸੁਸ਼ਮਾ ਜੀ ਨੇ ਕਾਫੀ ਪ੍ਰਕਾਰ ਦੇ ਸਵਾਦਿਸ਼ਟ ਅਚਾਰ ਬਣਾ ਕੇ ਪੇਸ਼ ਕੀਤੇ। ਸਾਰੇ ਲੋਕਾਂ ਦੇ ਪਕਵਾਨ ਬਹੁਤ ਸਵਾਦਿਸ਼ਟ ਸੀ, ਪਰ ਸੁਸ਼ਮਾ ਜੀ ਦੇ ਅਚਾਰ ਦਾ ਕੋਈ ਮੁਕਾਬਲਾ ਨਹੀਂ ਕਰ ਪਾਇਆ। ਫਲਸਵਰੂਪ ਸੁਸ਼ਮਾ ਜੀ ਉਸ ਮੁਕਾਬਲੇ ਨੂੰ ਜਿੱਤ ਗਈ। ਘਰ ਮੁੜਦੇ ਹੋਏ ਸੁਸ਼ਮਾ ਜੀ ਸੋਚਣ ਲੱਗੀ ਕਿ ਅੱਜ ਦਾ ਦਿਨ ਉਹਨਾਂ ਦੇ ਲਈ ਕਿੰਨਾ ਭਾਗਸ਼ਾਲੀ ਹੈ ਕਿ ਅੱਜ ਹੀ ਉਹਨਾਂ ਨੇ ਮੁਕਾਬਲੇ ਵਿੱਚ 2 ਲੱਖ ਰੁਪਏ ਜਿੱਤੇ ਹਨ ਅਤੇ ਅੱਜ ਹੀ ਉਹਨਾਂ ਦੇ ਪੁੱਤ ਨੂੰ ਛੁੱਟੀਆਂ ਮਨਾ ਕੇ ਘਰ ਵਾਪਿਸ ਮੁੜ ਰਹੇ ਹਨ। ਜਿਵੇਂ ਹੀ ਬੱਚੇ ਘਰ ਆਉਣਗੇ ਮੈਂ ਉਹਨਾਂ ਨੂੰ ਆਪਣੀ ਮੁਕਾਬਲਾ ਜਿੱਤਣੇ ਦੇ ਬਾਰੇ ਵਿੱਚ ਖਬਰ ਕਰੂੰਗੀ ਅਤੇ ਉਹਨਾਂ ਨੂੰ ਸਰਪ੍ਰਾਈਜ਼ ਕਰ ਦੂੰਗੀ। ਪਰੰਤੂ ਜਿਸ ਸਮੇਂ ਸੁਸ਼ਮਾ ਜੀ ਘਰ ਪਹੁੰਚ ਕੇ ਅੰਦਰ ਗਈ, ਉਸ ਦੇ ਤੁਰੰਤ ਬਾਅਦ ਅਮਿਤ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਘਰ ਪਹੁੰਚ ਗਿਆ। ਜਿਵੇਂ ਹੀ ਉਹਨਾਂ ਲੋਕਾਂ ਨੇ ਘਰ ਵਿੱਚ ਕਦਮ ਰੱਖਿਆ ਤਾਂ ਘਰ ਦੀ ਹਾਲਤ ਦੇਖ ਕੇ ਦੋਵੇਂ ਪੁੱਤ ਨੂੰ ਅੱਗ ਬਬੂਲਾ ਹੋ ਗਏ। ਉਹਨਾਂ ਨੇ ਦੇਖਿਆ ਕਿ ਪੂਰਾ ਘਰ ਉਥਲ-ਪੁਥਲ ਹੋਇਆ ਪਿਆ ਸੀ। ਉਹਨਾਂ ਦੇ ਦੋਵੇਂ ਕੁੱਤਿਆਂ ਨੇ ਉਹਨਾਂ ਦੇ ਘਰ ਦੇ ਪਰਦੇ ਫਾੜ ਦਿੱਤੇ ਸੀ ਅਤੇ ਘਰ ਵਿੱਚ ਇੱਧਰ-ਉੱਧਰ ਉਛਲ-ਕੂਦ ਕਰ ਰਹੇ ਸੀ। ਉਹਨਾਂ ਨੇ ਘਰ ਦੀ ਕੁਝ ਕੀਮਤੀ ਚੀਜ਼ਾਂ ਨੂੰ ਵੀ ਤੋੜ ਦਿੱਤਾ ਸੀ। ਇਹ ਸਭ ਦੇਖ ਕੇ ਸ਼ਿਖਾ ਆਪਣੀ ਸੱਸ ਪਰ ਚੀਕਣ ਲੱਗੀ, ਕਹਿਣ ਲੱਗੀ, ਮਾਂ ਜੀ, ਥੋੜ੍ਹੇ ਦਿਨ ਦੇ ਲਈ ਵੀ ਤੁਸੀਂ ਘਰ ਨਹੀਂ ਸੰਭਾਲ ਪਾਈ। ਇੰਨੀ ਲਾਪਰਵਾਹ ਕਿਵੇਂ ਹੋ ਸਕਦੀ ਹੋ ਤੁਸੀਂ? ਜਰਾ ਦੇਖੋ ਤਾਂ ਪੂਰੇ ਘਰ ਨੂੰ ਜੰਗਲ ਬਣਾ ਕੇ ਰੱਖ ਦਿੱਤਾ ਹੈ। ਜਦੀ ਸੁਸ਼ਮਾ ਜੀ ਬੋਲੀ, ਬੇਟਾ, ਮੈਂ ਸੁਸਾਇਟੀ ਵਿੱਚ ਖਾਣਾ ਬਣਾਉਣੇ ਦੇ ਮੁਕਾਬਲੇ ਵਿੱਚ ਭਾਗ ਲਿਆ ਸੀ, ਇਸ ਲਈ ਕੁੱਤਿਆਂ ਨੇ ਪਿੱਛੇ ਤੋਂ ਇਹ ਹਾਲਤ ਕਰ ਦਿੱਤੀ। ਦੇਖੋ ਤਾਂ ਮੈਂ ਮੁਕਾਬਲੇ ਵਿੱਚ ਅਚਾਰ ਬਣਾ ਕੇ 2 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਜਦੀ ਅਮਿਤ ਬੋਲਿਆ, ਤੁਸੀਂ ਇੱਥੇ ਵੀ ਇਹ ਤਮਾਸ਼ਾ ਕਰਨਾ ਸ਼ੁਰੂ ਕਰ ਦਿੱਤਾ। ਗਲਤੀ ਸਾਡੀ ਹੀ ਸੀ ਜੋ ਅਸੀਂ ਘਰ ਦੀ ਜ਼ਿੰਮੇਦਾਰੀ ਤੁਹਾਨੂੰ ਸੌਂਪ ਦਿੱਤੀ। ਇਹੋ ਜਿਹਾ ਬੋਲਦੇ ਹੋਏ ਉਹ ਦੋਨੋਂ ਪੈਰ ਪਟਕਦੇ ਹੋਏ ਆਪਣੇ ਕਮਰੇ ਵਿੱਚ ਚਲੇ ਗਏ। ਪੁੱਤ ਨੂੰਹ ਦੀ ਗੱਲ ਸੁਣ ਕੇ ਸੁਸ਼ਮਾ ਜੀ ਹੈਰਾਨ ਰਹਿ ਗਈ। ਮੁਕਾਬਲਾ ਜਿੱਤਣੇ ਦੀ ਖੁਸ਼ੀ ਉੱਥੇ ਦੀ ਉੱਥੇ ਧਰੀ ਰਹਿ ਗਈ। ਪੁੱਤ ਨੂੰਹ ਦੀ ਤਿੱਖੀ ਗੱਲਾਂ ਲਗਾਤਾਰ ਉਹਨਾਂ ਦੇ ਕੰਨਾਂ ਵਿੱਚ ਗੂੰਜਦੀ ਜਾ ਰਹੀ ਸੀ। ਉਹ ਰਾਤ ਭਰ ਸੋ ਨਾ ਸਕੀ ਅਤੇ ਅਗਲੇ ਦਿਨ ਸਵੇਰ ਹੁੰਦੇ ਹੀ ਉਹਨਾਂ ਨੇ ਆਪਣਾ ਸਾਰਾ ਸਮਾਨ
ਪੈਕ ਕਰ ਲਿਆ ਅਤੇ ਤੁਰੰਤ ਰੇਲਵੇ ਸਟੇਸ਼ਨ ਦੀ ਤਰਫ ਚੱਲ ਗਈ। ਜਦ ਹੀ ਉਹਨਾਂ ਦੀ ਨੂੰਹ ਨੇ ਦੇਖਿਆ ਕਿ ਉਸਦੀ ਸਾਸੂ ਮਾਂ ਕਮਰੇ ਤੋਂ ਗਾਇਬ ਹੈ, ਉਹ ਦੋਵੇਂ ਉਹਨਾਂ ਨੂੰ ਲੱਭਣ ਲੱਗੇ ਅਤੇ ਅਮਿਤ ਨੇ ਜਲਦੀ ਤੋਂ ਆਪਣੀ ਮਾਂ ਨੂੰ ਫੋਨ ਕੀਤਾ। ਤੁਸੀਂ ਸਵੇਰੇ ਸਵੇਰੇ ਕਿੱਥੇ ਚਲੀ ਗਈ ਹੋ? ਪਤਾ ਹੈ ਅਸੀਂ ਕਿੰਨੇ ਪਰੇਸ਼ਾਨ ਹੋ ਗਏ ਸੀ। ਪੁੱਤ, ਮੈਂ ਹੁਣ ਆਪਣੇ ਘਰ ਜਾ ਰਹੀ ਹਾਂ ਅਤੇ ਟ੍ਰੇਨ ਵਿੱਚ ਬੈਠ ਚੁੱਕੀ ਹਾਂ, ਜਿੱਥੇ ਮੈਂ ਇੱਜ਼ਤ ਅਤੇ ਸਨਮਾਨ ਦੇ ਨਾਲ ਆਪਣੀ ਜ਼ਿੰਦਗੀ ਜੀ ਸਕਾਂ। ਮੈਂ ਤਾਂ ਤੇਰੇ ਘਰ ਨੂੰ ਆਪਣਾ ਘਰ ਮੰਨਿਆ ਸੀ, ਪਰ ਤੁਸੀਂ ਲੋਕਾਂ ਦੀ ਨਜ਼ਰਾਂ ਵਿੱਚ ਮੇਰੀ ਹੈਸੀਅਤ ਸ਼ਾਇਦ ਸਿਰਫ ਇੱਕ ਨੌਕਰਾਣੀ ਦੀ ਸੀ, ਜਿਸ ਤੋਂ ਤੁਸੀਂ ਕੰਮ ਵੀ ਕਰਵਾਉਂਦੇ ਸੀ ਅਤੇ 4 ਗੱਲਾਂ ਵੀ ਸੁਣਾਉਂਦੇ ਸੀ। ਮਕਾਨ ਵੇਚ ਕੇ ਜੋ ਪੈਸੇ ਮਿਲੇ ਸੀ ਉਹ ਤਾਂ ਮੈਂ ਤੇਰੇ ਨਾਮ ਪਹਿਲਾਂ ਹੀ ਕਰ ਦਿੱਤੇ ਸੀ। ਮੁਕਾਬਲੇ ਵਿੱਚ ਜਿੱਤੇ ਹੋਏ ਪੈਸੇ ਵੀ ਮੈਂ ਅਲਮਾਰੀ ਵਿੱਚ ਰੱਖ ਦਿੱਤੇ ਹਨ, ਤੂੰ ਚੁੱਕ ਲੈਣਾ। ਇੰਨਾ ਕਹਿੰਦੇ ਹੋਏ ਸੁਸ਼ਮਾ ਜੀ ਨੇ ਫੋਨ ਕੱਟ ਦਿੱਤਾ ਅਤੇ ਫੁੱਟ ਕੇ ਰੋਣ ਲੱਗੀ। ਪਿੰਡ ਦਾ ਮਕਾਨ ਤਾਂ ਉਹਨਾਂ ਨੇ ਪਹਿਲਾਂ ਹੀ ਵੇਚ ਦਿੱਤਾ ਸੀ, ਪਰ ਹੁਣ ਉਹ ਆਪਣੀ ਅਚਾਰ ਦੀ ਫੈਕਟਰੀ ਵਿੱਚ ਬਣੇ ਕਮਰੇ ਵਿੱਚ ਹੀ ਰਹਿਣ ਲੱਗੀ ਅਤੇ ਆਪਣੀ ਫੈਕਟਰੀ ਵਿੱਚ ਵਿਅਸਤ ਹੋ ਗਈ। ਉਹਨਾਂ ਨੇ ਆਪਣੇ ਅਚਾਰ ਦੇ ਕੰਮ ਨੂੰ ਹੋਰ ਅੱਗੇ ਵਧਾਇਆ। ਅਚਾਰ ਦੀ ਫੈਕਟਰੀ ਸ਼ੁਰੂ ਕੀਤੇ ਹੋਏ ਅੱਜ ਉਹਨਾਂ ਨੂੰ 30 ਸਾਲ ਹੋ ਚੁੱਕੇ ਸੀ। ਕੁਝ ਦਿਨ ਬੀਤਣੇ ਦੇ ਬਾਅਦ ਉਹਨਾਂ ਦੇ ਕੋਲ ਇੱਕ ਸਰਕਾਰੀ ਲੈਟਰ ਆਇਆ, ਜਿਸ ਵਿੱਚ ਲਿਖਿਆ ਸੀ ਕਿ ਹੁਣ ਉਹਨਾਂ ਨੂੰ ਸਰਕਾਰ ਦੀ ਤਰਫ ਤੋਂ ਸਨਮਾਨਿਤ ਕੀਤਾ ਜਾਵੇਗਾ। ਇਹ ਸੁਣ ਕੇ ਸਾਰੇ ਪਿੰਡ ਵਾਲੇ ਬਹੁਤ ਖੁਸ਼ ਹੋਏ। ਕੁਝ ਹੀ ਦਿਨਾਂ ਵਿੱਚ ਸੁਸ਼ਮਾ ਜੀ ਨੂੰ ਉਹਨਾਂ ਦੇ ਦੁਆਰਾ ਕੀਤੀ ਗਈ ਸਮਾਜ ਸੇਵਾ ਦੇ ਲਈ ਇੱਕ ਬਹੁਤ ਬੜਾ ਅਵਾਰਡ ਦਿੱਤਾ ਗਿਆ ਅਤੇ ਬਹੁਤ ਸਨਮਾਨਿਤ ਕੀਤਾ ਗਿਆ। ਅਗਲੇ ਦਿਨ ਅਖਬਾਰ ਵਿੱਚ ਵੀ ਇਹ ਖਬਰ ਛਪੀ। ਇਹ ਗੱਲ ਸੁਸ਼ਮਾ ਜੀ ਦੇ ਪੁੱਤ ਤੱਕ ਵੀ ਪਹੁੰਚ ਗਈ। ਉਹਨਾਂ ਦੇ ਪੁੱਤ ਨੂੰ ਆਪਣੀ ਮਾਂ ਦੇ ਕੋਲ ਪਿੰਡ ਵਿੱਚ ਪਹੁੰਚੇ। ਉਹਨਾਂ ਦੀ ਨੂੰਹ ਸ਼ਿਖਾ ਨੇ ਉਹਨਾਂ ਦੇ ਪੈਰਾਂ ਵਿੱਚ ਗਿਰ ਕੇ ਆਪਣੇ ਵਿਵਹਾਰ ਦੇ ਲਈ ਮਾਫ਼ੀ ਮੰਗੀ ਤਾਂ ਅਮਿਤ ਕਹਿਣ ਲੱਗਾ, ਮੈਂ ਤੁਹਾਨੂੰ ਹਮੇਸ਼ਾ ਅੱਗੇ ਵਧਣੇ ਤੋਂ ਰੋਕਿਆ, ਪਰ ਅੱਜ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਮੈਂ ਤੁਹਾਡੇ ਨਾਲ ਕਿੰਨਾ ਗਲਤ ਕੀਤਾ। ਐਸਾ ਕਹਿੰਦੇ ਹੋਏ ਅਮਿਤ ਰੋਂਦੇ ਹੋਏ ਆਪਣੀ ਮਾਂ ਦੇ ਪੈਰਾਂ ਵਿੱਚ ਗਿਰ ਗਿਆ। ਇਹ ਦੇਖ ਕੇ ਸੁਸ਼ਮਾ ਜੀ ਦੀ ਅੱਖਾਂ ਭਰ ਆਈ ਅਤੇ ਬੋਲੀ, ਪੁੱਤ ਤੂੰ ਚਾਹੇ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾ, ਮੇਰੇ ਲਈ ਤੂੰ ਮੇਰਾ ਛੋਟਾ ਬੱਚਾ ਹੀ ਰਹੇਗਾ। ਐਸਾ ਕਹਿੰਦੇ ਹੋਏ ਸੁਸ਼ਮਾ ਜੀ ਨੇ ਆਪਣੇ ਪੁੱਤ ਨੂੰ ਗਲੇ ਨਾਲ ਲਗਾ ਲਿਆ। ਅੱਜ ਮਾਂ ਅਤੇ ਪੁੱਤ ਦੇ ਵਿੱਚ ਦੀ ਸਾਰੀ ਕੜਵਾਹਟ ਦੂਰ ਹੋ ਗਈ ਸੀ। ਉਹਨਾਂ ਦੀ ਗੱਲਾਂ ਸੁਣ ਕੇ ਫੈਕਟਰੀ ਵਿੱਚ ਮੌਜੂਦ ਸਾਰੇ ਲੋਕਾਂ ਦੀ ਅੱਖਾਂ ਭਰ ਆਈ। ਹੁਣ ਸੁਸ਼ਮਾ ਜੀ ਦਾ ਆਪਣਾ ਪੁੱਤ ਉਹਨਾਂ ਨੂੰ ਵਾਪਿਸ ਮਿਲ ਚੁੱਕਾ ਸੀ। ਕਿਆ ਖੂਬ ਕਿਹਾ ਹੈ ਕਿਸੇ ਨੇ, ਮਾਂ ਦੁੱਖ ਦੇ ਬਦਲੇ ਖੁਸ਼ੀਆਂ ਹੀ ਦਿੰਦੀ ਹੈ, ਜਿੰਨਾ ਮਰਜ਼ੀ ਸਤਾ ਲਓ, ਪਰ ਸਾਡੀ ਅੱਖ ਤੋਂ ਹੰਝੂ ਆਣੇ ਪਰ ਉਹ ਵੀ ਰੋ ਦਿੰਦੀ ਹੈ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।